ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ RS ਬੈਂਸ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਰਹੇਗਾ ਕਿ ਜੋ ਕੁਝ ਘਟਨਾਕ੍ਰਮ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਟੇਟਾਂ ਦੇ ਵਿਚਾਲੇ ਪੁਲਿਸ ਦੇ ਵਿਚਾਲੇ ਵਾਪਰਿਆ ਮਸਲਾ ਮਾਣਯੋਗ ਹਾਈ ਕੋਰਟ ਤੱਕ ਵੀ ਪਹੁੰਚਿਆ। ਮੋਹਾਲੀ ਕੋਰਟ ਨੇ ਜਿਹੜਾ ਇੱਕ ਵਾਰੰਟ ਜਾਰੀ ਕੀਤਾ ਕਿ ਤੇਜਿੰਦਰਪਾਲ ਬੱਗਾ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ। ਇਹਦੇ ਨਾਲ ਕਾਨੂੰਨ ਦੇ ਵਿੱਚ ਕੀ ਦਾਅ ਪੇਚ ਨੇ ਜਿਨ੍ਹਾਂ ਦਾ ਧਿਆਨ ਰੱਖਿਆ ਗਿਆ ਜਾਂ ਜਿਨ੍ਹਾਂ ਦਾ ਧਿਆਨ ਨਹੀਂ ਰੱਖਿਆ ਗਿਆ। ਸਵਾਗਤ ਹੈ ਤੁਹਾਡਾ ਬੈਂਸ ਸਾਹਿਬ। ਸ਼ੁਕਰੀਆ ਜੀ। ਸ਼ੁਕਰੀਆ ਬੈਂਸ ਸਾਹਿਬ। ਘਟਨਾਕ੍ਰਮ ਬਾਰੇ ਤੁਹਾਨੂੰ ਸਾਰਾ ਪਤਾ ਹੋਣਾ। ਇਹਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ ਤਾਂ ਪੰਜਾਬ ਪੁਲਿਸ ਕਿੱਥੇ ਮਾਰ ਖਾ ਗਈ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ? ਤਿੰਨੋਂ ਸਰਕਾਰਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਪੰਜਾਬ ਨੇ ਵੀ, ਦਿੱਲੀ ਸਰਕਾਰ ਨੇ ਵੀ ਤਾਂ ਹਰਿਆਣਾ ਸਰਕਾਰ ਨੇ। ਪੰਜਾਬ ਪੁਲਿਸ ਨੇ ਤਾਂ ਪਹਿਲਾਂ ਜਿਹੜਾ FIR ਦਰਜ ਕੀਤਾ ਹੈ, ਆਰਡੀਨਰਲੀ ਉਹ FIR ਦੀ ਕੋਈ ਜ਼ਰੂਰਤ ਨਹੀਂ ਸੀ। ਇੱਕ ਵਿਅਕਤੀ ਦਿੱਲੀ ਦਾ ਚੀਫ ਮਿਨਿਸਟਰ ਹੈ, ਦਿੱਲੀ ਦਾ ਕੋਈ ਹੋਰ ਸਿਟੀਜ਼ਨ ਉਹਦੇ ਖਿਲਾਫ ਕੁਝ ਬੋਲਦਾ ਹੈ, ਟਵੀਟ ਕਰਦਾ ਹੈ, ਉਹਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੂੰ ਕੀ ਇੰਟਰਸਟ ਹੋ ਸਕਦਾ? ਸੋ ਪਹਿਲੇ ਜਿਹੜਾ ਸ਼ੁਰੂਆਤ ਸੀ ਉਹ ਦੁਰਉਪਯੋਗ ਆਫ ਪੁਲਿਸ ਪਾਵਰ ਸੀ। ਕੋਈ ਕਾਰਨ ਨਹੀਂ ਸੀ। ਕੋਈ ਇਹ ਪੰਜਾਬ ਪੁਲਿਸ ਐਟ ਦਾ ਡਿਸਪੋਜ਼ਲ ਆਫ ਚੀਫ ਮਿਨਿਸਟਰ ਆਫ ਦਿੱਲੀ ਦਾ ਹੋ ਨਹੀਂ ਸਕਦੀ। ਜੇ ਦਿੱਲੀ ਕੋਲ ਆਪਣੀ ਪੁਲਿਸ ਨਹੀਂ ਹੈ ਤਾਂ ਇਹਦਾ ਮਤਲਬ ਨਹੀਂ ਕਿ ਪੰਜਾਬ ਪੁਲਿਸ ਹੁਣ ਦਿੱਲੀ ਦੇ ਚੀਫ ਮਿਨਿਸਟਰ ਦੇ ਬਿਹਾਫ ਤੇ ਐਕਟ ਕਰੇਗੀ। ਸੋ ਜਿਹੜੀ ਪੰਜਾਬ ਪੁਲਿਸ ਦਾ ਸ਼ੁਰੂਆਤੀ ਕਦਮ ਹੈ ਰਜਿਸਟ੍ਰੇਸ਼ਨ FIR, ਉਹਦੇ ਵਿੱਚ ਹੀ ਬਹੁਤ ਵੱਡਾ ਸਵਾਲ ਲੱਗ ਜਾਂਦਾ ਕਿ ਇਮਾਨਦਾਰੀ ਨਾਲ ਲਿਖਿਆ ਹੋਇਆ FIR ਹੈ ਜਾਂ ਬਿਲਕੁਲ ਉਸੇ ਤਰ੍ਹਾਂ ਦੇ ਅਬਿਊਜ਼ ਆਫ ਪਾਵਰ ਹੈ ਜਿੱਦਾਂ ਕਦੀ ਕੇਂਦਰੀ ਸਰਕਾਰ ਵੀ ਕਰਦੀ ਹੈ, ਬਾਕੀ ਸਰਕਾਰਾਂ ਵੀ ਕਰਦੀਆਂ ਹੈ। ਸੋ ਇਹ ਵੀ ਇੱਕ ਵੱਡੀ ਐਗਜ਼ਾਮਪਲ ਹੈ ਕਿ ਇੰਨੇ ਸਾਲਾਂ ਬਾਅਦ ਦਿੱਲੀ ਦੇ ਚੀਫ ਮਿਨਿਸਟਰ ਕੋਲ ਇੱਕ ਪੁਲਿਸ ਪਾਵਰ ਮਿਲੀ ਉਹਦੇ ਇੱਕ ਫਰੈਂਡਲੀ ਸਟੇਟ ਵਿੱਚ, ਤੇ ਉਸ ਪੁਲਿਸ ਪਾਵਰ ਦਾ ਦੁਰਉਪਯੋਗ ਕਰਕੇ ਥਰੂ ਚੀਫ ਮਿਨਿਸਟਰ ਆਫ ਪੰਜਾਬ ਐਂਡ ਥਰੂ DGP ਪੰਜਾਬ ਤੁਸੀਂ ਕਿਸੇ ਨਾਲ ਆਪਣੇ ਸਕੋਰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਤਾਂ ਆਜ਼ਾਦੀ ਇਸ ਮੁਲਕ ਵਿੱਚ ਹੈ ਕਿ ਤੁਸੀਂ ਕਮੈਂਟ ਪਾਸ ਕਰ ਸਕਦੇ ਹੋ ਕਿਸੇ ਚੀਫ ਮਿਨਿਸਟਰ ਤੇ, ਪ੍ਰਾਈਮ ਮਿਨਿਸਟਰ ਤੇ। 70 ਸਾਲ ਤੋਂ ਲੋਕ ਬੋਲਦੇ ਰਹੇ ਨੇ, ਕਾਰਟੂਨ ਬਣਾਉਂਦੇ ਰਹੇ ਨੇ, ਉਸ ਦੇ ਬਾਵਜੂਦ ਹਲੇ ਵੀ ਪੁਲਿਸ ਇਦਾਂ ਦਾ ਕੰਮ ਕਰੇ ਤਾਂ ਇਸ ਕਰਕੇ ਪਹਿਲਾ ਸਵਾਲ ਤਾਂ ਪੰਜਾਬ ਪੁਲਿਸ ਦੇ FIR ਤੇ ਇਨਵੈਸਟੀਗੇਸ਼ਨ ਦੇ ਲੱਗਦਾ। ਦੂਸਰੀ ਗੱਲ ਹੈ ਕਿ ਜੇ ਤੁਸੀਂ ਕਰ ਵੀ ਲਿਆ, ਤੁਸੀਂ ਉਹਨੂੰ ਸਮਝ ਭੇਜੋ ਨਹੀਂ ਆਏ, ਤਾਂ ਤੁਹਾਡਾ ਇਹ ਆਪਣੇ ਆਪ ਜਾ ਕੇ ਉਹਨੂੰ ਅਰੈਸਟ ਕਰਨਾ ਬਿਲਕੁਲ ਗਲਤ ਸੀ। ਤੁਸੀਂ ਵਾਰੰਟ ਨਹੀਂ ਲਏ ਉਦੋਂ, ਵਾਰੰਟ ਤੁਸੀਂ ਲੈ ਕੇ ਜਾਂਦੇ। ਹੁਣ ਵੀ ਤਾਂ ਵਾਰੰਟ ਇਸ਼ੂ ਕਰਾਏ ਨੇ, ਹੁਣ ਵੀ ਤੁਸੀਂ ਹਾਈ ਕੋਰਟ ਆਏ ਨੇ, ਤੁਸੀਂ ਸਿੱਧਾ ਦਿੱਲੀ ਪੁਲਿਸ ਨੂੰ ਲਿਖ ਸਕਦੇ ਸੀ, ਤੁਸੀਂ ਉੱਥੇ ਜਾ ਕੇ ਮੈਜਿਸਟਰੇਟ ਕੋਲ ਜਾ ਸਕਦੇ ਸੀ, ਉੱਥੋਂ ਲੈ ਸਕਦੇ ਸੀ, ਉਹਦੀ ਮਦਦ ਮੰਗ ਸਕਦੇ ਸੀ। ਤੁਸੀਂ ਇਹ ਕੁਝ ਵੀ ਨਹੀਂ ਕੀਤਾ। ਤੁਸੀਂ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਦਿੱਲੀ ਪੁਲਿਸ ਨੇ ਕਿਹਾ ਕਿ ਅਬਡਕਸ਼ਨ ਕਰਤੇ, ਉਹ ਵੀ ਗਲਤ ਹੈ। ਅਬਡਕਸ਼ਨ ਤਾਂ ਨਹੀਂ ਸੀ, FIR ਸੀ, ਉਹਨਾਂ ਕੋਲ ਪਾਵਰ ਟੂ ਅਰੈਸਟ ਸੀ, ਠੀਕ ਹੈ। ਪ੍ਰੋਸੀਜਰ ਉਹਨਾਂ ਨੇ ਉਹਨਾਂ ਸਟ੍ਰਿਕਟਲੀ ਫੋਲੋ ਨਹੀਂ ਕੀਤਾ ਜਿੱਦਾਂ ਹੋਣਾ ਚਾਹੀਦਾ ਸੀ। ਉਹਨਾਂ ਨੂੰ ਵਾਰੰਟਸ ਲੈ ਕੇ ਜਾਣੇ ਚਾਹੀਦੇ ਸੀ, ਉਹਨਾਂ ਨੂੰ ਦਿੱਲੀ ਦੇ ਮੈਜਿਸਟਰੇਟ ਕੋਲ ਜਾਂ ਨੀਅਰੈਸਟ ਪੁਲਿਸ ਸਟੇਸ਼ਨ ਕੋਲ ਉਹਦੇ SHO ਕੋਲ ਪੇਸ਼ ਹੋਣਾ ਚਾਹੀਦਾ ਸੀ, ਉਹਨਾਂ ਦੀ ਮਦਦ ਮੰਗਣੀ ਚਾਹੀਦੀ ਸੀ ਕਿ ਤੁਸੀਂ ਇਹਨੂੰ ਅਰੈਸਟ ਕਰਾਓ, ਸਾਨੂੰ ਇਸ ਲਈ ਚਾਹੀਦਾ। ਮਗਰ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਨਿਕਲ ਜਾਏਗਾ ਜਾਂ ਉਹਨੂੰ ਦਿੱਲੀ ਪੁਲਿਸ ਸਾਡੀ ਮਦਦ ਨਹੀਂ ਕਰੇਗੀ, ਇਹਨਾਂ ਨੇ ਆਪ ਹੀ ਕੋਸ਼ਿਸ਼ ਕੀਤੀ, ਤਾਂ ਉੱਥੇ ਵੀ ਗਲਤੀ ਖਾ ਗਏ। ਦਿੱਲੀ ਪੁਲਿਸ ਦਾ ਸਬਸੀਕੁਐਂਟਲੀ FIR ਦਰਜ ਕਰਨਾ ਕਿ ਜੀ ਇਹਨਾਂ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ, ਬਿਲਕੁਲ ਗਲਤ ਸੀ, ਕਿਉਂਕਿ ਉਸ ਤੱਕ ਉਨੀ ਦੇਰ ਤੱਕ ਦਿੱਲੀ ਪੁਲਿਸ ਨੂੰ ਬਿਲਕੁਲ ਪਤਾ ਸੀ ਕਿ ਕੋਈ ਕਿਡਨੈਪਿੰਗ ਨਹੀਂ ਹੈ। ਇਹ ਪਰਸੂਐਂਸ ਟੂ FIR ਅਰੈਸਟ ਪਾਵਰ ਹੈ, ਯੂਜ਼ ਕੀਤੀ ਹੈ, ਅਬਿਊਜ਼ ਕੀਤੀ ਹੈ, ਦੂਸਰਾ ਸਵਾਲ ਹੈ। ਮਗਰ ਪੰਜਾਬ ਪੁਲਿਸ ਦੇ ਐਕਟ ਨੂੰ ਅਬਡਕਸ਼ਨ ਕਹਿਣਾ, ਕ੍ਰਾਈਮ ਕਹਿਣਾ, ਇਹ ਵੀ ਬਿਲਕੁਲ ਕਾਨੂੰਨ ਦੀ ਉਲੰਘਣਾ ਹੈ। ਸੋ ਦਿੱਲੀ ਪੁਲਿਸ ਨੇ ਵੀ ਉਹੋ ਜਿਹੀ ਗਲਤੀ ਕੀਤੀ ਜੋ ਪੰਜਾਬ ਪੁਲਿਸ ਨੇ FIR ਦਰਜ ਕਰਕੇ ਕੀਤੀ। ਤੀਸਰੀ ਵੱਡੀ ਗਲਤੀ ਹਰਿਆਣਾ ਪੁਲਿਸ ਨੇ ਕੀਤੀ, ਜਦੋਂ ਉਹਨਾਂ ਨੇ ਬਿਨਾਂ ਕਿਸੇ, ਉਹਨਾਂ ਕੋਲ ਤਾਂ ਕੁਝ ਵੀ ਪ੍ਰੋਟੈਕਟ ਨਹੀਂ ਸੀ। ਜਦੋਂ ਕਾਰ ਵਿੱਚ ਜਾਂ ਜੀਪ ਦੇ ਵਿੱਚ ਪੁਲਿਸ ਪਾਰਟੀ ਰਿਟਰਨ ਹੋ ਰਹੀ ਸੀ, ਹਰਿਆਣਾ ਪੁਲਿਸ ਦਾ ਤਾਂ ਉਹਦੇ ਵਿੱਚ ਦਖਲ ਦੇਣ ਦਾ ਕੋਈ ਮਤਲਬ ਹੀ ਨਹੀਂ ਸੀ, ਕਿਉਂਕਿ ਉਹ ਸਿਰਫ ਹਰਿਆਣਾ ਚੋਂ ਲੰਘ ਰਹੇ ਸੀ। ਹਰਿਆਣਾ ਵਿੱਚ FIR ਨਹੀਂ ਹੈ, ਹਰਿਆਣਾ ਦਾ ਵਸਿੰਦਾ ਨਹੀਂ ਹੈ, ਹਰਿਆਣਾ ਦੇ ਕਿਸੇ ਕੋਰਟ ਦਾ ਕੋਈ ਆਰਡਰ ਨਹੀਂ ਹੈ ਹਰਿਆਣਾ ਕੋਲ, ਔਰ ਹਰਿਆਣਾ ਪੁਲਿਸ ਦੇ ਕੋਲ ਕੋਈ ਦਰਖਾਸਤ ਨਹੀਂ ਹੈ। ਦਿੱਲੀ ਪੁਲਿਸ ਦੀ ਦਰਖਾਸਤ ਤਾਂ ਦਿੱਲੀ ਪੁਲਿਸ ਤਾਂ ਰੋਕ ਸਕਦੀ ਸੀ ਉਹਨਾਂ ਨੇ ਪਿੱਛਾ ਕਰਕੇ। ਦਿੱਲੀ ਪੁਲਿਸ ਨੇ ਹਰਿਆਣਾ ਨੂੰ ਕਿਹਾ ਨਹੀਂ ਕਿਹਾ ਇਹ ਹਲੇ ਰਿਕਾਰਡ ਤੇ ਆਇਆ ਨਹੀਂ। ਮੈਂ ਹਰਿਆਣਾ ਪੁਲਿਸ ਨੂੰ ਕਈ ਘੰਟੇ ਪੰਜਾਬ ਪੁਲਿਸ ਦੀ ਟੀਮ ਨੂੰ ਰੋਕ ਕੇ ਰੱਖਣਾ, ਔਰ ਫਿਰ ਉਹਨਾਂ ਦਾ ਮੁਜਰਿਮ ਲੈ ਲੈਣਾ ਜਾਂ ਡਿਟੇਨਿਊ ਲੈ ਲੈਣਾ, ਔਰ ਉਹਨਾਂ ਨੂੰ ਫਿਰ ਹੈਂਡਓਵਰ ਕਿਸੇ ਹੋਰ ਪੁਲਿਸ ਨੂੰ ਕਰ ਦੇਣਾ। ਜੇ ਦੋਨੋਂ ਪੁਲਿਸ ਮੰਗ ਰਹੀਆਂ ਹੋਣਗੀਆਂ ਤਾਂ ਤੁਹਾਨੂੰ ਹਰਿਆਣਾ ਪੁਲਿਸ ਨੂੰ ਇਖਤਿਆਰ ਥੋੜੀ ਹੈ ਕਿ ਤੁਸੀਂ ਚੂਜ਼ ਕਰੋ। ਤੁਸੀਂ ਜਿਸ ਤੋਂ ਲਿਆ ਤੁਸੀਂ ਕੋਰਟ ਕੋਲ ਜਾ ਸਕਦੇ ਸੀ, ਤੁਸੀਂ ਨੀਅਰੈਸਟ ਮੈਜਿਸਟਰੇਟ ਕੋਲ ਜਾ ਸਕਦੇ ਸੀ, ਤੁਸੀਂ ਵੀ ਹਾਈ ਕੋਰਟ ਆ ਸਕਦੇ ਸੀ। ਸੋ ਉਸ ਹਿਸਾਬ ਨਾਲ ਤਿੰਨੋਂ ਸਰਕਾਰਾਂ ਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ।
ਉਹਦੇ ਵਿੱਚ ਕੋਈ ਵੀ ਇਹ ਨਹੀਂ ਕਹਿ ਸਕਦਾ ਆਪਣਾ ਸਿਰ ਖੜਾ ਕਰਕੇ ਕਿ ਜੀ ਅਸੀਂ ਕਾਨੂੰਨ ਦੇ ਮੁਤਾਬਿਕ ਠੀਕ ਹੈ ਤੇ ਬਾਕੀ ਸਰਕਾਰਾਂ ਕਾਨੂੰਨ ਦੇ ਮੁਤਾਬਿਕ ਗਲਤ ਨੇ। ਇਹ ਜਿਹੜਾ ਲੇਟੈਸਟ ਟ੍ਰੈਂਡ ਚੱਲਿਆ ਹੋਇਆ ਹੈ ਕਿ ਤੁਸੀਂ ਪੋਲੀਟੀਕਲ ਲੀਡਰਸ ਆਪਣੇ ਇਸ਼ਤਿਹਾਰ ਦੇ ਨਾਲ ਆਪਣੇ ਖਿਲਾਫ ਕੁਝ ਸ਼ਬਦ ਕਹੇ ਨੂੰ ਵੀ ਇੱਕ ਆਫੈਂਸ ਮੰਨਦੇ ਨੇ ਔਰ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰਦੇ ਨੇ ਥਰੂ ਸਟੇਟ ਪੁਲਿਸ ਕਿ ਉਹਨੂੰ ਰੋਕਿਆ ਜਾਵੇ। ਇਹ ਟੈਂਡੈਂਸੀ ਬਿਲਕੁਲ ਗਲਤ ਹੈ। ਇਹ ਟੈਂਡੈਂਸੀ ਹੀ ਕਾਨੂੰਨ ਦੇ ਖਿਲਾਫ ਹੈ, ਸੰਵਿਧਾਨ ਦੇ ਖਿਲਾਫ ਹੈ, ਫੰਡਾਮੈਂਟਲ ਰਾਈਟਸ ਦੇ ਖਿਲਾਫ ਹੈ। ਸੋ ਮੇਰਾ ਤਾਂ ਪਹਿਲਾ ਆਬਜੈਕਸ਼ਨ ਇਹ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਪਹਿਲੀ ਉਹਨਾਂ ਨੇ ਹਰਕਤ ਕੀਤੀ ਹੈ ਉਹ ਹੀ ਕਾਨੂੰਨ ਦੀ ਉਲੰਘਣਾ ਹੈ। ਜੀ ਬੈਂਸ ਸਾਹਿਬ, ਇੱਕ ਹੋਰ ਇਹਦੇ ਵਿੱਚ ਹੈ, ਕਦੇ ਕੋਈ ਮਤਲਬ ਕਿ ਜੇ ਇਹੋ ਜਿਹਾ ਕੇਸ ਕੋਈ ਵਾਪਰਦਾ ਹੈ ਤਾਂ ਉਹਨੂੰ ਲੈ ਕੇ ਕੋਈ ਪੁਰਾਣੇ ਕੇਸਾਂ ਦੇ ਵਿੱਚ ਮਾਣਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ ਕੋਈ ਹੁਕਮ ਜਾਰੀ ਹੋਏ ਨੇ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਕੋਈ ਸੋਸ਼ਲ ਮੀਡੀਆ ਤੇ ਕਮੈਂਟ ਕਰਦਾ ਤਾਂ ਤੁਸੀਂ ਉਹਨੂੰ ਇੱਕ ਤਾਂ ਪਲੇਸ ਆਫ ਕ੍ਰਾਈਮ ਦੀ ਵੀ ਗੱਲ ਹੁੰਦੀ ਹੈ ਕਿ ਕਿਆ ਕਿੱਥੇ ਆ ਤੇ ਪਰਚਾ ਕਿੱਥੇ ਹੋ ਰਿਹਾ, ਕਿਹਦੇ ਕਹਿਣ ਤੇ ਹੋ ਰਿਹਾ, ਇਹ ਵੀ ਅਹਿਮੀਅਤ ਰੱਖਦਾ। ਏਦਾਂ ਤਾਂ ਕੋਈ ਵੀ ਉੱਠ ਕੇ ਕਹਿ ਦੂਗਾ ਕਿ ਜੀ ਮੇਰੀ ਭਾਵਨਾ ਨੂੰ ਜਿਹੜਾ ਹਰਟ ਹੋਇਆ ਉਹ ਤੁਸੀਂ ਪਰਚਾ ਕਰ ਦਿਓ। ਬਿਲਕੁਲ, ਜਦੋਂ ਅਰਨਬ ਗੋਸਵਾਮੀ ਦੇ ਖਿਲਾਫ 10-12 ਲੋਕਾਂ ਨੇ ਕੰਪਲੇਂਟਾਂ ਤੇ ਪਰਚੇ ਕਰ ਰਹੇ ਸੀ ਸਾਰੇ ਨਾਨ ਬੀਜੇਪੀ ਸਟੇਟਸ ਦੇ ਵਿੱਚ, ਉਦੋਂ ਸੁਪਰੀਮ ਕੋਰਟ ਨੇ ਸਾਰੇ FIR ਖਤਮ ਕਰਤੇ ਸੀ ਐਕਸੈਪਟ ਇੱਕ, ਔਰ ਉਹਨੂੰ ਕਹਿੰਦੇ ਇਨਵੈਸਟੀਗੇਸ਼ਨ ਕਰੋ। ਸੋ ਜਿਹੜਾ ਇਹ ਟੈਂਡੈਂਸੀ ਹੈ ਕਿ ਕੋਈ ਬੰਦਾ ਕਿਤੇ ਹੈ ਕਮੈਂਟ ਕਿਤੇ ਕੀਤਾ, ਕਿਸੇ ਦੇ ਖਿਲਾਫ ਕੀਤਾ, ਤੀਜੀ ਸਟੇਟ ਵਿੱਚ ਕੋਈ ਚੌਥਾ ਬੰਦਾ ਕਹਿ ਕੇ FIR ਦਰਜ ਕਰਾ ਰਿਹਾ, ਇਹ 100% ਅਬਿਊਜ਼ ਆਫ ਪਾਵਰ ਹੈ। ਬਾਰ-ਬਾਰ ਕੋਰਟ ਕਹਿ ਚੁੱਕੀ ਹੈ। ਔਰ ਜਿਹੜਾ ਕਮੈਂਟਸ ਹੈ, ਕਮੈਂਟਸ ਵਿੱਚ ਅਰੈਸਟ ਦਾ ਲੋੜ ਹੀ ਨਹੀਂ ਹੁੰਦੀ। ਉਹਦੇ ਚ ਇਨਵੈਸਟੀਗੇਸ਼ਨ ਦੱਸੋ ਕੀ ਕਰਨੀ ਹੈ, ਸਵਾਏ ਤੁਸੀਂ ਟੌਰਚਰ ਕਰਨਾ ਚਾਹੁੰਦੇ ਹੋ, ਤੰਗ ਕਰਨਾ ਚਾਹੁੰਦੇ ਹੋ, ਬੇਇੱਜ਼ਤੀ ਕਰਨਾ ਚਾਹੁੰਦੇ ਹੋ, ਉਹਦੇ ਚ ਇਨਵੈਸਟੀਗੇਸ਼ਨ ਕੀ ਲੋੜ ਹੈ। ਉਹਨੇ ਕਮੈਂਟ ਕਿਹਾ, ਇਹ ਕਮੈਂਟ ਅਫੈਂਸ ਬੰਦਾ, ਤੁਸੀਂ ਚਾਰਜ ਕੋਰਟ ਚ ਅੱਗੇ ਪੇਸ਼ ਕਰੋ। ਇਹਨਾਂ ਵਿੱਚ ਅਰੈਸਟ ਦੀ ਲੋੜ ਕੀ ਹੈ। ਬਾਰ-ਬਾਰ ਕਿਹਾ ਹੈ ਕਿ ਅਰੈਸਟ ਲੋੜ ਹੁੰਦੀ ਜੇ ਤੁਸੀਂ ਕੋਈ ਰਿਕਵਰੀ ਕਰਨੀ ਹੋਵੇ, ਅਰੈਸਟ ਲੋੜ ਹੁੰਦੀ ਹੈ ਜੇ ਤੁਸੀਂ ਕੋਈ ਇੰਟਰੋਗੇਸ਼ਨ ਕਰਕੇ ਕੋਈ ਪਿੱਛੇ ਸਾਜ਼ਿਸ਼ ਦਾ ਪਤਾ ਕਰਨਾ ਹੋਵੇ। ਜਿਹੜਾ ਬੰਦੇ ਨੇ ਸਿੰਪਲ ਕਮੈਂਟ ਕੀਤਾ ਹੈ, ਤੁਹਾਨੂੰ ਚੰਗੇ ਲੱਗਦੇ ਮਾੜੇ ਲੱਗਦੇ, ਉਹ ਅਫੈਂਸ ਹੈ ਨਹੀਂ ਹੈ, ਡੈਫੇਮੇਸ਼ਨ ਹੈ ਨਹੀਂ ਹੈ, ਕ੍ਰਿਮੀਨਲ ਡੈਫੇਮੇਸ਼ਨ ਹੈ ਨਹੀਂ ਹੈ, ਸੈਡੀਸ਼ਨ ਹੈ ਜਾਂ ਨਹੀਂ ਹੈ, ਉਹਦੇ ਚ ਅਰੈਸਟ ਦਾ ਲੋੜ ਹੈ ਹੀ ਨਹੀਂ। ਤੁਸੀਂ ਆਰਾਮ ਨਾਲ ਉਹਨੂੰ ਭੇਜੋ, ਉਹਦੇ ਬੇਲਸ ਲਾਓ, ਬੌਂਡਸ ਲਾਓ ਤੇ ਚਲਾਨ ਪੇਸ਼ ਕਰ ਦਿਓ ਕੋਰਟ ਵਿੱਚ। ਕੋਰਟ ਅਲਟੀਮੇਟਲੀ ਦੇਖੇਗੀ ਕਿ ਉਹਨੇ ਅਫੈਂਸ ਕੀਤਾ ਹੈ ਨਹੀਂ ਕੀਤਾ। ਇਹਨਾਂ ਸਾਰਿਆਂ ਕੇਸਾਂ ਵਿੱਚ ਜਿਹੜਾ ਅਰੈਸਟ ਹੁੰਦਾ, ਅਰੈਸਟ ਦਾ ਮਤਲਬ ਇਨਵੈਸਟੀਗੇਸ਼ਨ ਨਹੀਂ ਹੈ। ਅਰੈਸਟ ਦਾ ਮਤਲਬ ਹੈ ਤੰਗ ਕਰਨਾ, ਬੇਇੱਜ਼ਤੀ ਕਰਨੀ, ਬਦਲਾ ਲੈਣਾ। ਜੀ ਬੈਂਸ ਸਾਹਿਬ, ਇੱਕ ਹੋਰ ਗੱਲ ਹੈ ਇਹਦੇ ਵਿੱਚ ਕਿ ਜਿਵੇਂ ਮੰਨ ਲਓ ਕਿ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਸੇ ਵੀ ਆਫੈਂਸ ਦੇ ਵਿੱਚ, ਤਾਂ ਇਹ ਮਤਲਬ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਕਿ ਉਹਨੂੰ ਰਿਮਾਂਡ ਦੇ ਦੌਰਾਨ ਕੁੱਟਮਾਰ ਕਰਕੇ ਪੁੱਛਗਿੱਛ ਕੀਤੀ ਜਾਵੇ, ਜਾਂ ਉਹ ਕਿਹੜੇ ਕੇਸ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ ਸਾਰਾ? ਰਿਮਾਂਡ ਨੂੰ ਜਿਹੜੇ ਮੁਜਰਮ ਹੈ ਜਾਂ ਜਿਹਨੂੰ ਅਰੈਸਟ ਕਰਦਾ, ਰਿਮਾਂਡ ਨੂੰ ਨਰਕ ਕਹਿੰਦੇ ਨੇ। ਜੁਡੀਸ਼ੀਅਲ ਕਸਟਡੀ ਜਦੋਂ ਜੇਲ੍ਹ ਵਿੱਚ ਭੇਜਦੇ ਨੇ ਤਾਂ ਉਹਨੂੰ ਉਹ ਸਵਰਗ ਕਹਿੰਦੇ ਨੇ। ਇਹਦਾ ਮਤਲਬ ਸਾਡੇ ਮੁਲਕ ਵਿੱਚ ਇਹ ਆਮ ਰੂਲ ਹੈ ਕਿ ਪੁਲਿਸ ਨੇ ਇੱਕ ਤਰ੍ਹਾਂ ਦਾ ਆਪਣਾ ਅਖਤਿਆਰ ਹੀ ਲਿਆ ਹੈ ਕਿ ਰਿਮਾਂਡ ਜਦੋਂ ਮਿਲ ਜਾਂਦੀ, ਜਦੋਂ ਮੈਜਿਸਟਰੇਟ ਉਹਨਾਂ ਨੂੰ ਇੰਟਰੋਗੇਸ਼ਨ ਲਈ ਟਾਈਮ ਦਿੰਦਾ ਹੈ। ਰਿਮਾਂਡ ਦਾ ਇੱਕੋ ਮਤਲਬ ਹੁੰਦਾ ਕਿ ਪੁਲਿਸ ਨੂੰ ਥੋੜਾ ਟਾਈਮ ਦੇ ਦਿਓ ਕਿ ਇੰਟਰੋਗੇਸ਼ਨ ਕਰ ਸਕੇ, ਉਹਨੂੰ ਆਈਸੋਲੇਟ ਕਰਕੇ। ਉਹਦਾ ਮਤਲਬ ਬਿਲਕੁਲ ਨਹੀਂ ਕਿ ਤੁਸੀਂ ਕੁੱਟ ਮਾਰ ਸਕਦੇ ਹੋ, ਨਾ ਤੁਸੀਂ ਮੈਂਟਲੀ ਹੈਰੈਸ ਕਰ ਸਕਦੇ ਹੋ, ਨਾ ਤੁਸੀਂ ਉਹਨੂੰ ਫਿਜ਼ੀਕਲੀ ਵਾਇਲੈਂਸ ਕਰ ਸਕਦੇ ਹੋ। ਬਾਰ-ਬਾਰ ਇਹੀ ਕਾਨੂੰਨ ਹੈ ਦੇਸ਼ ਦਾ ਔਰ ਇਹੀ ਬਾਰ-ਬਾਰ ਕੋਰਟਾਂ ਨੇ ਕਿਹਾ। ਮਗਰ ਉਸ ਦੇ ਬਾਵਜੂਦ ਵੀ ਸਰਕਾਰਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਕਿਉਂਕਿ ਉਹਨਾਂ ਨੇ ਤਾਂ ਬਦਲਾ ਲੈਣਾ ਹੁੰਦਾ ਹੈ। ਇਸ ਕਰਕੇ ਸਾਡੇ ਹਰ ਪੁਲਿਸ ਸਟੇਸ਼ਨ ਵਿੱਚ ਹਰ ਰੋਜ਼ ਹੀ ਮੁਜਰਮਾਂ ਨੂੰ ਕੁੱਟਿਆ ਜਾਂਦਾ, ਮਾਰਿਆ ਜਾਂਦਾ, ਕਈ ਵਾਰੀ ਉਹ ਮਰ ਵੀ ਜਾਂਦੇ ਨੇ, ਬਲਾਤਕਾਰ ਤੱਕ ਹੁੰਦੇ ਨੇ ਪੁਲਿਸ ਸਟੇਸ਼ਨ ਦੇ ਵਿੱਚ। ਇਸ ਕਰਕੇ ਇਹ ਐਡਾ ਵੱਡਾ ਚੈਲੰਜ ਹੈ ਦੇਸ਼ ਦੀ ਨਿਆਂ ਵਿਵਸਥਾ ਲਈ। ਸੁਪਰੀਮ ਕੋਰਟ ਨੇ ਕਿੰਨੀ ਵਾਰੀ ਕਿਹਾ ਬਟ ਉਹ ਰੋਕ ਨਹੀਂ ਸਕੇ। ਉਹਨਾਂ ਨੇ ਕਿਹਾ ਕਿ ਕੰਟੈਂਪਟ ਹੈ, ਤੁਸੀਂ ਸਿੱਧਾ ਪਨਿਸ਼ ਕਰ ਸਕਦੇ ਹੋ, ਉਸ ਦੇ ਬਾਵਜੂਦ ਪਨਿਸ਼ਮੈਂਟ ਨਹੀਂ ਹੋ ਰਹੀ। ਇਸ ਕਰਕੇ ਪੁਲਿਸ ਨੂੰ ਮਾਰਨ ਕੁੱਟਣ ਦਾ ਹੱਕ, ਜਿੱਦਣ ਇਹ ਮਾਰਨ ਕੁੱਟਣ ਦਾ ਹੱਕ ਖਤਮ ਹੋ ਗਿਆ ਉਸ ਦਿਨ ਪੁਲਿਸ ਨੂੰ ਨਜਾਇਜ਼ ਅਰੈਸਟ ਕਰਨ ਦਾ ਵੀ ਜਿਹੜਾ ਟੈਂਪਟੇਸ਼ਨ ਹੈ ਉਹ ਖਤਮ ਹੋ ਜਾਏਗਾ। ਬਾਰ-ਬਾਰ ਉਹਨਾਂ ਨੇ ਕਿਹਾ ਕਿ ਜਿੱਥੇ ਸੀਨੀਅਸ ਕ੍ਰਾਈਮ ਨਹੀਂ ਹੈ, ਇੱਥੇ 7 ਸਾਲ ਤੋਂ ਘੱਟ ਸਜ਼ਾ, ਉੱਥੇ ਅਰੈਸਟ ਕਰਨ ਦੀ ਲੋੜ ਕੀ ਹੈ। ਆਮ ਇੰਜਰੀ ਕੇਸਾਂ ਵਿੱਚ ਉਹ ਗਵਾਹੀ ਦਿੰਦਾ ਹੈ, ਮੈਡੀਕਲ ਆ ਜਾਂਦਾ, ਉਹਦੇ ਤੁਹਾਨੂੰ ਸਾਬਤ ਕਰ ਸਕਦਾ, ਉਹਨੂੰ ਜੇਲ੍ਹ ਭੇਜੋ। ਤੁਸੀਂ ਬਾਰ-ਬਾਰ ਅਰੈਸਟ ਕਿਉਂ ਕਰਦੇ ਹੋ? ਅਰੈਸਟ ਐਕਚੁਅਲੀ ਪਾਰਟ ਆਫ ਕਰਪਸ਼ਨ ਵੀ ਹੈ, ਅਰੈਸਟ ਪਾਰਟ ਆਫ ਬਦਲੇ ਦੀ ਭਾਵਨਾ ਵੀ ਹੈ। ਅਰੈਸਟ ਕਰਕੇ ਤੁਸੀਂ ਉਹਨੂੰ ਤੰਗ ਕਰੋ, ਇਹ ਅਮੀਰ ਬੰਦੇ ਗਰੀਬਾਂ ਨੂੰ ਟੌਰਚਰ ਵੀ ਕਰਵਾਉਂਦੇ ਪੈਸਾ ਦੇ ਕੇ। ਔਰ ਕਈ ਵਾਰੀ ਪੁਲਿਸ ਪੈਸਾ ਲੈਣ ਲਈ ਹੀ ਟੌਰਚਰ ਕਰਦੇ ਕਿ ਉਹ ਅਮੀਰ ਬੰਦਾ ਫਸ ਗਿਆ ਤਾਂ ਉਹ ਤੋਂ ਪੈਸਾ ਲੈਣ ਲਈ ਉਹਨੂੰ ਕੁੱਟੋ ਮਾਰੋ। ਔਰ ਬੜੀ ਵਾਰੀ ਤਾਂ ਇਹ ਇੱਕ ਸੁਭਾਅ ਬਣ ਜਾਂਦਾ, ਇੱਕ ਸਾਈਕੋਥੈਰੇਪੀ, ਤੁਹਾਨੂੰ ਮਜ਼ਾ ਆਉਣ ਲੱਗ ਪੈਂਦਾ ਕਿਸੇ ਨੂੰ ਤੰਗ ਕਰਕੇ, ਕਿਸੇ ਦੀ ਮਜਬੂਰੀ ਨੂੰ ਦੇਖ ਕੇ, ਜੋ ਔਰਤ ਹੋਵੇ ਤਾਂ ਉਹਦੀ ਬੇਇੱਜ਼ਤੀ ਕਰਕੇ। ਇਸ ਕਰਕੇ ਇਹ ਜਿਹੜਾ ਬਿਮਾਰ ਸਟੇਟ ਆਫ ਮਾਈਂਡ ਹੈ, ਮਗਰ ਸਾਡੇ ਪੁਲਿਸ ਸਟੇਸ਼ਨ ਵਿੱਚ ਬਹੁਤ ਕਾਮਨ ਹੈ। ਔਰ ਇਹਦੇ ਕਰਕੇ ਸਾਰੀਆਂ ਜਿਹੜੀਆਂ ਵਿਕਰਤੀ ਕਹਿ ਲਓ, ਇਹ ਹੈ ਤਾਂ ਬਿਲਕੁਲ ਪਰਵਰਸਿਟੀਜ਼।
ਪਰਵਰਟ ਬਿਹੇਵੀਅਰ ਹੈ। ਲਾਫੁਲ ਪੁਲਿਸ ਫੋਰਸ ਇਹ ਇਸ ਤਰ੍ਹਾਂ ਦਾ ਸੋਚ ਵੀ ਨਹੀਂ ਸਕਦੀ, ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਔਰ ਸਾਰੇ ਡਿਵੈਲਪ ਮੁਲਕਾਂ ਵਿੱਚ ਇਹੋ ਜਿਹਾ ਕਦੀ ਨਹੀਂ ਹੁੰਦਾ ਪੁਲਿਸ ਸਟੇਸ਼ਨ ਜਿੱਦਾਂ ਦੇ ਆਪਾਂ ਹਿੰਦੁਸਤਾਨ ਦੇ ਪੁਲਿਸ ਸਟੇਸ਼ਨਾਂ ਵਿੱਚ ਹਰ ਰੋਜ਼ ਦੇਖ ਰਹੇ ਨੇ। ਔਰ ਹਰ ਰੋਜ਼ ਹੀ 2-4 ਬੰਦੇ ਸਾਨੂੰ ਪੁਲਿਸ ਕਸਟਡੀ 'ਚ ਮਰਦੇ ਰਿਪੋਰਟ ਹੁੰਦੇ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ। ਉਸ ਦੇ ਬਾਵਜੂਦ ਕੋਈ 1500 ਬੰਦੇ ਮਰ ਜਾਂਦੇ ਨੇ ਹਰ ਸਾਲ ਪੁਲਿਸ ਕਸਟਡੀ ਦੇ ਵਿੱਚ। ਇਸ ਤੋਂ ਹੀ ਪਤਾ ਲੱਗਦਾ ਕਿ ਸਾਡੇ ਪੁਲਿਸ ਵਿੱਚ ਜਿਹੜਾ ਟਾਰਚਰ ਹੈ ਉਹ ਰੂਟੀਨ ਹੈ। ਇਨਵੈਸਟੀਗੇਸ਼ਨ ਐਂਡ ਟਾਰਚਰ ਇੱਕੋ ਹੀ ਤਰੀਕਾ, ਇੱਕੋ ਹੀ ਚੀਜ਼ ਸਮਝਦੇ ਨੇ। ਜੇ ਤੁਸੀਂ ਕਿਸੇ ਨੂੰ ਪੁੱਛੋਗੇ ਤੇਰੇ ਤੋਂ ਚੱਲ ਨਹੀਂ ਹੁੰਦਾ ਜਾਂ ਕੋਰਟ ਕੋਲ, ਤਾਂ ਉਹ ਕਹਿੰਦਾ ਜੀ ਮੈਨੂੰ ਇੰਟਰੋਗੇਟ ਕੀਤਾ ਗਿਆ ਹੈ। ਉਹਨੂੰ ਇਹ ਵੀ ਨਹੀਂ ਪਤਾ ਵਿਚਾਰੇ ਨੂੰ ਕਿ ਇੰਟਰੋਗੇਸ਼ਨ ਦਾ ਮਤਲਬ ਕੁੱਟਣਾ ਮਾਰਨਾ ਤਾਂ ਬਿਲਕੁਲ ਨਹੀਂ ਹੁੰਦਾ। ਜਿਹੜੀ ਕੰਮ ਮੈਜਿਸਟ੍ਰੇਟ ਦੀ ਪਹਿਲੀ ਡਿਊਟੀ ਹੁੰਦੀ, ਜਦੋਂ ਪੁਲਿਸ ਕਿਸੇ ਨੂੰ ਫੜ ਕੇ 24 ਘੰਟੇ ਦੇ ਵਿੱਚ ਮੈਜਿਸਟ੍ਰੇਟ ਕੋਲ ਪੇਸ਼ ਕਰਦੀ ਹੈ, ਤਾਂ ਮੈਜਿਸਟ੍ਰੇਟ ਦੀ ਪਹਿਲੀ ਡਿਊਟੀ ਹੈ ਕਿ ਉਹਨੂੰ ਪੁੱਛੇ ਤੇਰੇ ਨਾਲ ਕੀ ਹੋਇਆ, ਤੈਨੂੰ ਕੁੱਟਿਆ ਮਾਰਿਆ ਨਹੀਂ ਹੈ, ਉਹਦੀ ਸਟੇਟਮੈਂਟ ਰਿਕਾਰਡ ਕਰੇ। ਤਾਂ ਜੇ ਇਹ ਸਟੇਟਮੈਂਟ ਵਿੱਚ ਆਵੇ ਕਿ ਉਹਨੂੰ ਮਾਰਿਆ, ਉਹਦਾ ਇਮੀਡੀਏਟਲੀ ਮੈਡੀਕਲ ਐਗਜ਼ਾਮੀਨੇਸ਼ਨ ਕਰੇ, ਸਬੂਤ ਇਕੱਠਾ ਹੋਏ, ਤਾਂ ਫਿਰ ਅਕੋਰਡਿੰਗਲੀ ਉਸ ਪੁਲਿਸ ਸਟੇਸ਼ਨ ਦੇ ਖਿਲਾਫ ਰਿਕਮੈਂਡੇਸ਼ਨ ਕਰਨ ਜਾਂ FIR ਦਰਜ ਕਰਨ। ਇਹ ਮੈਜਿਸਟ੍ਰੇਟ ਦੀ ਡਿਊਟੀ ਹੈ। ਬਟ ਰਿਮਾਂਡ ਵੇਲੇ ਅਕਸਰ ਮੁਜਰਮ ਕੋਲ ਕੋਈ ਵਕੀਲ ਨਹੀਂ ਹੁੰਦਾ। ਜਿਹੜਾ ਲੀਗਲ ਏਡ ਦੇ ਵਕੀਲ ਹੁੰਦੇ ਉਹਨਾਂ ਨੂੰ ਉਹਨਾਂ ਕੋਈ ਇੰਟਰਸਟ ਨਹੀਂ ਹੁੰਦਾ। ਤਾਂ ਇਸ ਕਰਕੇ ਆਮ ਗਰੀਬ ਬੰਦਾ ਜਦੋਂ ਰਿਮਾਂਡ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਹਦੇ ਕੋਲ ਕੋਈ ਲੀਗਲ ਹੈਲਪ ਨਹੀਂ ਹੁੰਦੀ। ਹਾਲਾਂਕਿ ਕੋਰਟਸ ਨੇ ਕਿਹਾ ਕਿ ਉਹਨੂੰ ਲੀਗਲ ਹੈਲਪ ਦਿਓ, ਬਟ ਮੈਜਿਸਟ੍ਰੇਟ ਵੀ ਇਹ ਕੰਮ ਉਨੀ ਇਮਾਨਦਾਰੀ ਨਾਲ ਨਹੀਂ ਕਰਦੇ, ਉਨੀ ਸਿੰਸੈਰਿਟੀ ਨਾਲ ਨਹੀਂ ਕਰਦੇ। ਤਾਂ ਪੁਲਿਸ ਨੂੰ ਜਿਹੜਾ ਰਿਮਾਂਡ ਹੈ ਬਿਲਕੁਲ ਇੱਕ ਰੂਟੀਨ ਤਰੀਕੇ ਨਾਲ ਐਜ਼ ਅ ਮੈਟਰ ਆਫ ਰਾਈਟ ਹੀ ਮਿਲ ਜਾਂਦਾ ਹੈ। ਹਰ ਕੇਸ ਵਿੱਚ 2-4 ਦਿਨ 10 ਦਿਨ ਦਾ। ਹਾਲਾਂਕਿ ਰਿਮਾਂਡ ਇੰਨੀ ਇੰਪੋਰਟੈਂਟ ਚੀਜ਼ ਹੈ, ਜਦ ਤੱਕ ਪੁਲਿਸ ਅਫਸਰ ਪੂਰੇ ਮੈਜਿਸਟ੍ਰੇਟ ਨੂੰ ਕਨਵਿੰਸ ਨਾ ਕਰੇ ਕਿ ਕਿਉਂ ਚਾਹੀਦਾ ਹੈ। ਐਸੀ ਕਿਹੜੀ ਗੱਲ ਹੈ ਇਨਵੈਸਟੀਗੇਸ਼ਨ ਜਿਹੜੀ ਕਿ ਤੁਹਾਨੂੰ ਇਹਦੇ ਅਰੈਸਟ ਤੋਂ ਬਗੈਰ ਜਾਂ ਇਹਦੇ ਰਿਮਾਂਡ ਤੋਂ ਬਗੈਰ ਨਹੀਂ ਪੂਰੀ ਹੋ ਸਕਦੀ। ਇਸ ਤੋਂ ਸੈਟੀਸਫਾਈ ਹੋ ਕੇ ਹੀ ਮੈਜਿਸਟ੍ਰੇਟ ਨੂੰ ਰਿਮਾਂਡ ਦੇਣਾ ਚਾਹੀਦਾ ਹੈ। ਪਰ ਸਾਡੇ ਮੁਲਕ ਵਿੱਚ ਬਹੁਤ ਕੁਝ ਐਸਾ ਜਿਹੜਾ ਕਾਨੂੰਨ ਇੱਕ ਕੁਛ ਕਹਿੰਦਾ ਜਿਹੜਾ ਐਕਚੁਅਲ ਪ੍ਰੈਕਟਿਸ ਹੈ ਉਹ ਕਾਨੂੰਨ ਦੇ ਬਹੁਤ ਅਲੱਗ ਨੇ। ਰਿਮਾਂਡ ਐਂਡ ਟਾਰਚਰ ਪੁਲਿਸ ਕਸਟਡੀ ਵਿੱਚ ਇੱਕ ਹਿੱਸੇ ਜਿਹੜਾ ਡਾਰਕ ਪਾਰਟ ਆਫ ਸਾਡੀ ਪੁਲਿਸਿੰਗ ਹੈ। ਇੰਡੀਅਨ ਪੁਲਿਸਿੰਗ ਦਾ ਡਾਰਕ ਚੈਪਟਰ ਹੈ ਕਿ ਰਿਮਾਂਡ ਵਿੱਚ ਜਿਹੜਾ ਟਾਰਚਰ ਹੈ ਇਹ ਸਿਸਟਮੈਟਿਕ ਵੀ ਹੈ, ਇਹ ਰੂਟੀਨ ਵੀ ਹੈ। ਜਿਵੇਂ ਪੁਲਿਸ ਸਟੇਟ ਦੀ ਗੱਲ ਹੁੰਦੀ ਹੈ ਕਿ ਕੇਂਦਰ ਨੇ ਵੀ ਪੁਲਿਸ ਦੀ ਦੁਰਵਰਤੋਂ ਕਰ ਲਈ, ਦਿੱਲੀ ਨੇ ਵੀ ਕਰ ਲਈ, ਹਰਿਆਣੇ ਨੇ ਵੀ ਕਰ ਲਈ, ਉਧਰੋਂ ਪੰਜਾਬ ਨੇ ਵੀ ਕਰ ਲਈ। ਤਾਂ ਇਹਦੇ ਵਿਚਾਲੇ ਸਵਾਲ ਉੱਠਦਾ ਹੈ ਕਿ ਕੋਈ ਵੀ ਜਿਹੜਾ ਸਿਆਸਤਦਾਨ ਹੈ ਜਾਂ ਕੋਈ ਵੀ ਸ਼ਖਸ ਹੈ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਮਾਣਯੋਗ ਅਦਾਲਤਾਂ ਤੋਂ ਉੱਪਰ ਨਹੀਂ ਹੈਗਾ। ਫਿਰ ਇਹਨਾਂ ਦਾ ਨੋਟਿਸ ਕਿਉਂ ਨਹੀਂ ਲਿਆ ਜਾਂਦਾ? ਇਸ ਉੱਤੇ ਲਗਾਮ ਕਿਉਂ ਨਹੀਂ ਕੱਸੀ ਜਾਂਦੀ? ਬਦਲਾਖੋਰੀ ਦੀ ਸਿਆਸਤ ਕਦੋਂ ਤੱਕ ਚੱਲੇਗੀ? ਇਹ ਸਾਡਾ ਲੈਵਲ ਆਫ ਪੋਲਿਟਿਕਸ ਦੀ ਗੱਲ ਹੈ। ਦੇਖੋ MLA ਦਾ ਕਿੰਨੀ ਜਲਦੀ MLA ਬਣ ਕੇ ਐਡਮਿਨਿਸਟ੍ਰੇਸ਼ਨ ਵਿੱਚ ਇੰਟਰਫੇਅਰ ਕਰਨਾ ਸ਼ੁਰੂ ਕਰਤਾ ਆਮ ਆਦਮੀ ਪਾਰਟੀ ਦੇ MLA ਨੇ ਪੰਜਾਬ ਦੇ ਵਿੱਚ। MLA ਦਾ ਕੰਮ ਤਾਂ ਕੋਈ ਹੈ ਹੀ ਨਹੀਂ ਐਡਮਿਨਿਸਟ੍ਰੇਸ਼ਨ ਵਿੱਚ। MLA ਦਾ ਕੰਮ ਹੈ ਤੁਸੀਂ ਅਸੈਂਬਲੀ ਵਿੱਚ ਡਿਬੇਟ ਕਰੋ, ਤਾਂ ਕਾਨੂੰਨ ਬਣਾਓ, ਤੇ ਪ੍ਰੋਸੀਜਰ ਠੀਕ ਕਰੋ, ਤੇ ਰੂਲਸ ਬਣਵਾਓ। ਸਰਕਾਰ ਨੂੰ ਸਵਾਲ ਪੁੱਛੋ, ਸਰਕਾਰ ਦੀ ਅਕਾਊਂਟੇਬਿਲਿਟੀ ਸਿੱਧ ਕਰੋ। MLA ਦਾ ਇਹ ਕੰਮ ਤਾਂ ਹੈ ਨਹੀਂ ਕਿ ਦਫ਼ਤਰਾਂ ਵਿੱਚ ਜਾ ਕੇ ਮੁਲਾਜ਼ਮਾਂ ਨੂੰ ਡਾਂਟਣ ਜਾਂ ਉਹਨਾਂ ਤੇ ਡਿਸਪਲਿਨਰੀ ਐਕਸ਼ਨ ਕਰਵਾਉਣ ਜਾਂ ਉਹਨਾਂ ਦਾ ਕੁਝ ਕਰਨ। MLA ਦਾ ਕਲੀਅਰ ਰੋਲ ਹੈ ਕਿ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਵਿੱਚ ਕੋਈ ਰੋਲ ਨਹੀਂ। ਉਸ ਦੇ ਬਾਵਜੂਦ ਵੀ ਸਾਡਾ MLA ਸਮਝਦਾ ਕਿ ਅਸੀਂ ਬਣ ਗਏ ਹੁਣ DC, ਅਸੀਂ ਬਣ ਗਏ, ਅਸੀਂ ਹੋਰ ਨੇ, ਸਾਡੇ ਕੋਲ ਲੋਕ ਆਉਂਦੇ, ਅਸੀਂ ਉਹਨਾਂ ਜਿੱਦਾਂ ਉਹ ਕਹਿੰਦੇ ਉਹਨਾਂ ਸ਼ਿਕਾਇਤਾਂ ਦਾ ਪਾਲਣ ਕਰਵਾਉਣਾ। ਇਸ ਕਰਕੇ ਉਹ ਸਿੱਧੀਆਂ ਹਦਾਇਤਾਂ ਪੁਲਿਸ ਨੂੰ ਦੇਣ ਲੱਗ ਪੈਂਦੇ ਨੇ, ਸਿੱਧੀਆਂ ਹਦਾਇਤਾਂ ਅਫਸਰਾਂ ਨੂੰ ਦੇਣ ਲੱਗ ਪੈਂਦੇ ਨੇ। ਇਸ ਤਰ੍ਹਾਂ ਇੱਕ ਅਜੀਬ ਤਰ੍ਹਾਂ ਦਾ ਕਰਪਸ਼ਨ ਸ਼ੁਰੂ ਹੋ ਜਾਂਦੀ ਹੈ। MLA ਪੈਸੇ ਲੈ ਕੇ ਕੰਮ ਕਰਵਾਉਣਾ ਸ਼ੁਰੂ ਕਰ, ਜਿਹੜਾ ਕੰਮ ਰੂਟੀਨ ਵਿੱਚ ਹੋਣਾ ਚਾਹੀਦਾ, ਜਿਹੜਾ ਕੰਮ ਸਰਕਾਰ ਨੂੰ ਰੂਟੀਨ ਵਿੱਚ ਕਰਨਾ ਚਾਹੀਦਾ, ਜੇ ਕੰਮ ਨਹੀਂ ਹੁੰਦਾ ਤਾਂ MLA ਨੂੰ ਅਸੈਂਬਲੀ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੇ ਕੰਮ ਕਿਉਂ ਨਹੀਂ ਹੋ ਰਹੇ। ਉਹ ਜਿਹੜਾ ਸਹੀ ਢੰਗ ਹੈ। ਬਟ MLA ਸਾਡੇ ਸਿੱਧਾ ਹੀ ਉਹ ਸ਼ਕਤੀ ਇਸਤੇਮਾਲ ਕਰਨ ਲੱਗ ਪੈਂਦਾ, ਦੁਰਉਪਯੋਗ ਕਰਨ ਲੱਗ ਪੈਂਦਾ ਜਿਹੜੀ ਉਹਦੇ ਕੋਲ ਨਹੀਂ ਹੈ। MLA ਦਾ ਕੰਮ ਹੈ ਸਿਰਫ ਕਾਨੂੰਨ ਬਣਾਉਣਾ, ਅਸੈਂਬਲੀ 'ਚ ਸਰਕਾਰ ਨੂੰ ਟੋਸ ਤੇ ਰੱਖਣਾ, ਸਰਕਾਰ ਨੂੰ ਸਵਾਲਾਂ ਦੇ ਨਾਲ, ਕਾਉਂਟੀਨਿਊਸਲੀ ਸਵਾਲਾਂ ਦੇ ਨਾਲ ਸਰਕਾਰ ਨੂੰ ਉਹਦੀ ਅਕਾਊਂਟੇਬਿਲਿਟੀ ਫਿਕਸ ਕਰਨੀ। ਤੇ ਉਹ ਅਫਸਰਾਂ ਦੇ ਖਿਲਾਫ ਜੋ ਮਰਜ਼ੀ ਬੋਲੋ ਅਸੈਂਬਲੀ ਦੇ ਵਿੱਚ, ਪਰ ਸਿੱਧਾ ਕਿਸੇ ਪੁਲਿਸ ਸਟੇਸ਼ਨ ਜਾ ਕੇ ਪੁਲਿਸ SHO ਨੂੰ ਹਦਾਇਤ ਦੇ ਕੇ ਕਿਸੇ ਨੂੰ ਛੁਡਾਉਣਾ, ਕਿਸੇ ਨੂੰ ਅਰੈਸਟ ਕਰਾਉਣਾ, ਕਿਸੇ ਦੇ ਖਿਲਾਫ FIR ਦਰਜ ਕਰਾਉਣਾ, ਜਿਹੜਾ ਕਿ ਸਾਡੇ MLA ਹੁਣ ਕਈ 20-30 ਸਾਲਾਂ ਤੋਂ ਕਰ ਰਹੇ ਨੇ। ਅਕਾਲੀ ਦਲ ਨੇ ਤਾਂ ਬਹੁਤ ਜ਼ਿਆਦਾ ਇਹ ਕੰਮ ਕੀਤਾ ਸੀ। ਤਾਂ ਉਹ ਕੰਮ ਤਾਂ MLA ਦਾ ਹੈ ਹੀ ਨਹੀਂ। ਉਸ ਦੇ ਬਾਵਜੂਦ ਆਪਾਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ MLA ਨੂੰ ਵਾਕਿਆ ਉਹ ਸਮਝਣ ਲੱਗ ਪਏ ਨੇ ਕਿ ਅਸੀਂ ਹੀ ਹੁਣ ਹਕੂਮਤ ਸਿੱਧੇ ਤਰੀਕੇ ਨਾਲ ਚਲਾਉਣੀ ਹੈ। ਤੁਹਾਡੀ ਕਾਨੂੰਨ ਬਣਾਉਣ ਦੀ ਸ਼ਕਤੀ ਤੇ ਹਕੂਮਤ ਚਲਾਉਣ ਦੀ ਸ਼ਕਤੀ ਇਹ ਬਿਲਕੁਲ ਅਲੱਗ ਸ਼ਕਤੀ ਹੈ। ਉਹ ਸਰਕਾਰੀ ਮੁਲਾਜ਼ਮਾਂ ਕੋਲ ਹੈ ਜਾਂ ਸਰਕਾਰੀ ਮਿਨਿਸਟਰਾਂ ਕੋਲ ਹੈ। ਮਗਰ MLA ਨੂੰ ਬਿਲਕੁਲ ਵਹਿਮ ਹੋ ਗਿਆ। ਸਾਡੇ ਪੰਜਾਬ ਵਿੱਚ ਤਾਂ ਤੁਸੀਂ ਦੇਖ ਹੀ ਰਹੇ ਹੋ, ਚਾਹੇ ਚੰਗੇ ਕੰਮ ਨਹੀਂ ਕਰ ਰਹੇ ਹੋ, ਬਟ ਗਲਤ ਚੀਜ਼ ਤਾਂ ਗਲਤ ਹੀ ਹੈ। ਜਿੰਨਾ ਮਰਜ਼ੀ ਥੋੜਾ ਮੋਟਿਵ ਚੰਗਾ ਹੋਵੇ, ਜਿਸ ਤਰ੍ਹਾਂ ਤੁਸੀਂ ਆਪ ਸਜ਼ਾ ਨਹੀਂ ਦੇ ਸਕਦੇ, ਚਾਹੇ ਤੁਹਾਡੇ ਸਾਹਮਣੇ ਜ਼ੁਲਮ ਹੋਇਆ ਹੋਵੇ, ਕੋਰਟ ਨੂੰ ਦੇਣੀ ਪਏਗੀ। ਉਸੇ ਤਰ੍ਹਾਂ MLA ਆਪ ਠੀਕ ਨਹੀਂ ਕਰ ਸਕਦੇ, ਸਿੱਧਾ ਹਦਾਇਤਾਂ ਨਹੀਂ ਦੇ ਸਕਦੇ, ਉਹ ਸਿਰਫ ਕਾਨੂੰਨ ਬਣਵਾ ਸਕਦੇ ਨੇ, ਸਰਕਾਰ ਤੋਂ ਸਵਾਲ ਜਵਾਬ ਪੁੱਛ ਸਕਦੇ। ਇਹਨੂੰ ਅਦਾਲਤ ਵਿੱਚ ਚੈਲੰਜ ਕੀਤਾ ਜਾ ਸਕਦਾ ਜਦੋਂ ਕੋਈ MLA ਇਸ ਤਰ੍ਹਾਂ ਜਾ ਕੇ ਕਿਸੇ ਨੂੰ ਧਮਕਾਉਂਦਾ, ਛਾਪੇ ਮਾਰਦਾ? ਬਿਲਕੁਲ, ਅਦਾਲਤ ਦੇ ਇਹ ਤਾਂ ਲੇ ਡਾਊਨ ਪ੍ਰੋਸੀਜਰ ਦੇ ਖਿਲਾਫ ਹੈ।
ਬਿਲਕੁਲ ਖਿਲਾਫ ਹੈ। ਸਿਰਫ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਹਲਕਾ ਐਮਐਲਏ ਜਾਂ ਹਲਕਾ ਜਥੇਦਾਰ ਬਣਾਤੇ ਸੀ ਕਿ ਜੀ ਪੁਲਿਸ ਸਟੇਸ਼ਨ ਉਹਨਾਂ ਦੇ ਥੱਲੇ ਹੋਣਗੇ ਤਾਂ ਡੀਐਸਪੀ ਉਹਨਾਂ ਨੂੰ ਰਿਪੋਰਟ ਕਰੇਗਾ। ਇਹੋ ਜਿਹੇ ਗਲਤ ਤਰੀਕੇ ਨਾਲ ਇਹ ਮਾੜੀਆਂ ਆਦਤਾਂ ਸ਼ੁਰੂ ਹੋ ਗਈਆਂ। ਮਗਰ ਕਾਨੂੰਨ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਐਮਐਲਏ ਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਰੋਲ ਨਹੀਂ। ਜੀ ਮੇਰਾ ਆਖਰੀ ਸਵਾਲ ਹੈ ਬੈਂਸ ਸਾਹਿਬ ਕਿ ਜਿਸ ਤਰ੍ਹਾਂ ਜੋ ਖਾਮਿਆਜ਼ਾ ਪੰਜਾਬ ਨੇ 84 ਦੇ ਵਿੱਚ ਭੁਗਤਿਆ ਜਾਂ ਹੋਰਨਾਂ ਸਟੇਟਾਂ ਦੇ ਵਿੱਚ ਪੁਲਿਸ ਜਦੋਂ ਬੇਲਗਾਮ ਹੁੰਦੀ ਹੈ ਜਾਂ ਪੁਲਿਸ ਨੂੰ ਵਧੇਰੇ ਤਾਕਤਾਂ ਦੇ ਦਿੱਤੀਆਂ ਜਾਂਦੀਆਂ, ਇੱਕ ਪਾਸੇ ਕੇਂਦਰੀਕਰਨ ਵੀ ਹੋ ਜਾਂਦਾ ਕਿ ਉੱਤੋਂ ਫਰਮਾਨ ਆਇਆ ਤੇ ਉਸ ਢੰਗ ਨਾਲ ਕਰਨਾ ਹੈ, ਤੇ ਇਹਨੂੰ ਪੰਜਾਬ ਦੇ ਸੰਦਰਭ ਵਿੱਚ ਅੱਜ ਦੇ ਜੋ ਇਹ ਘਟਨਾਕ੍ਰਮ ਇਹ ਵਾਪਰ ਰਹੇ ਨੇ ਇਹਦੇ ਵਿੱਚ ਕਿਸ ਤਰ੍ਹਾਂ ਦੇਖਿਆ ਜਾਏ? ਬਿਲਕੁਲ ਸਾਡੀ ਜਿਹੜੀ ਬਿਮਾਰੀ ਹੋਈ ਕੇਂਦਰੀਕਰਨ ਹੈ, ਹਰ ਚੀਜ਼ ਦਾ ਸੈਂਟਰਲਾਈਜੇਸ਼ਨ। ਇੱਕ 70 ਸਾਲਾਂ 'ਚ ਇੱਕ ਵਾਰੀ ਸਰਕਾਰ ਨੇ ਕੇਂਦਰ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਡੀਸੈਂਟਰਲਾਈਜੇਸ਼ਨ, ਵਿਕੇਂਦਰੀਕਰਨ, ਕਿ ਪਾਵਰ ਥੱਲੇ ਭੇਜੀ ਜਾਵੇ। ਉਹ ਸੀ ਪੰਚਾਇਤੀ ਰਾਜ ਐਕਟ, ਜਿਹੜਾ ਅਮੈਂਡਮੈਂਟ ਹੋਇਆ ਸੀ। ਉਸ ਹਿਸਾਬ ਨਾਲ ਪੰਚਾਇਤੀ ਰਾਜ ਐਕਟ ਬਣਿਆ ਤੇ ਪੰਚਾਇਤਾਂ ਨੂੰ ਥੋੜੇ ਅਧਿਕਾਰ ਮਿਲੇ ਤਾਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਣ ਲੱਗ ਪਈਆਂ। ਮਗਰ ਜਿਹੜੇ ਅਧਿਕਾਰ ਸੂਬਾ ਸਰਕਾਰ ਨੇ ਪੰਚਾਇਤਾਂ ਨੂੰ ਦੇਣੇ ਸੀ ਉਹ ਦਿੱਤੇ ਨਹੀਂ। ਸੋ ਇਸ ਕਰਕੇ ਹਲੇ ਵੀ ਇੱਕ ਐਸਐਚਓ ਕਿਸੇ ਸਰਪੰਚ ਦੀ ਬੇਇੱਜ਼ਤੀ ਕਰ ਸਕਦਾ, ਉਹਨੂੰ ਅਰੈਸਟ ਕਰ ਸਕਦਾ, ਉਹਨੂੰ ਕੁੱਟ ਮਾਰ ਸਕਦਾ ਹੈ। ਹਲੇ ਵੀ ਜਿਹਨੂੰ ਚਾਹੇ ਮਰਜ਼ੀ ਪਿੰਡ ਦੇ ਵਿੱਚ ਬਿਨਾਂ ਸਰਪੰਚ ਦੀ ਪਰਮਿਸ਼ਨ ਤੋਂ ਐਂਟਰ ਕਰ ਸਕਦਾ ਹੈ, ਬਿਨਾਂ ਸਰਪੰਚ ਨੂੰ ਦੱਸੇ ਉਹ ਕਿਸੇ ਨੂੰ ਅਰੈਸਟ ਕਰ ਸਕਦਾ ਹੈ। ਇਹ ਸਾਰੀਆਂ ਜਿਹੜੀਆਂ ਲਾਅ ਐਂਡ ਆਰਡਰ ਦੇ ਪ੍ਰੋਬਲਮ ਵੈਸੇ ਤਾਂ ਸਰਪੰਚ ਕੋਲ ਜਾਂ ਪੰਚਾਇਤ ਕੋਲ ਜਾਣੀ ਚਾਹੀਦੀਆਂ ਸੀ, ਤਾਂ ਕਿ ਇੱਕ ਸਿਰਫ ਇੱਕੋ ਹੀ ਵਿੰਗ ਆਫ ਬਾਡੀ ਹੈ ਜਿੱਥੇ ਐਗਜ਼ੈਕਟਿਵ ਤੇ ਦੂਜੇ ਪਾਵਰਾਂ ਇਕੱਠੀਆਂ, ਉਹ ਪੰਚਾਇਤ ਹੈ। ਪੰਚਾਇਤ ਦੇ ਕੋਲ ਅਲੱਗ ਕੋਰਟ ਨਹੀਂ ਹੁੰਦੇ, ਪੰਚਾਇਤ ਕੋਲ ਅਲੱਗ ਲੈਜਿਸਲੇਸ਼ਨ ਨਹੀਂ ਹੁੰਦੀ, ਪੰਚਾਇਤ ਕੋਲ ਇੱਕ ਪੂਰੀ ਬਾਡੀ ਜਿਹਦੇ ਕੋਲ ਸਾਰੀਆਂ ਪਾਵਰਾਂ ਇਕੱਠੀਆਂ। ਉਹਨਾਂ ਨੂੰ ਤੁਸੀਂ ਜ਼ਿਆਦਾ ਪਾਵਰਾਂ ਦਓਗੇ ਤਾਂ ਘੱਟੋ ਘੱਟ ਪੰਚਾਇਤ ਲੈਵਲ ਤੇ ਤਾਂ ਥੋੜਾ ਬਹੁਤਾ ਐਡਮਿਨਿਸਟ੍ਰੇਸ਼ਨ ਡੀਸੈਂਟਰਲਾਈਜ਼ ਹੋ ਜਾਏਗੀ। ਆਮ ਜਿਹੜੇ ਲੋਕ ਹੈ ਉਹਨਾਂ ਉੱਥੇ ਉਹਨਾਂ ਧੱਕਾ ਨਹੀਂ ਕਰ ਸਕਦੀ ਪੰਚਾਇਤ, ਜਿਸ ਤਰ੍ਹਾਂ ਤੁਸੀਂ ਬਾਹਰਲਾ ਪੁਲਿਸ ਅਫਸਰ ਆ ਕੇ ਕਿਸੇ ਨੂੰ ਅਰੈਸਟ ਕਰਕੇ ਕਿਸੇ ਨੂੰ ਕੁੱਟ ਕੇ ਘੜੀਸ ਕੇ ਪੁਲਿਸ ਸਟੇਸ਼ਨ ਲੈ ਜਾਂਦਾ ਹੈ। ਸੋ ਇਹ ਜਿਹੜੀ ਗੱਲ 73rd ਅਮੈਂਡਮੈਂਟ ਤੋਂ ਬਾਅਦ ਸੂਬੇ ਸਰਕਾਰ ਨੇ ਕਰਨੀ ਸੀ, ਕੇਂਦਰ ਸਰਕਾਰ ਨੇ ਤਾਂ ਅਮੈਂਡਮੈਂਟ ਕਰਤਾ, ਕਾਨੂੰਨ ਬਣ ਗਿਆ, ਮਗਰ ਸੂਬਾ ਸਰਕਾਰ ਨੇ ਜਿਹੜੇ ਅਧਿਕਾਰ ਦੇਣੇ ਸੀ ਪੰਚਾਇਤਾਂ ਨੂੰ ਨਹੀਂ ਦਿੱਤੇ। ਉਹਦੇ ਕਰਕੇ ਤੁਸੀਂ ਅਫਸਰਾਂ ਦੀ ਕਰਪਸ਼ਨ ਵੀ ਨਹੀਂ ਰੋਕ ਸਕੇ, ਨਾ ਅਫਸਰਾਂ ਦੀ ਵਧੀਕੀਆਂ ਰੋਕ ਸਕੇ। ਜੀ ਸ਼ੁਕਰੀਆ ਬੈਂਸ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ।